ਨੈਕਸਟ ਐਕਸਰਸਾਈਜ਼ ਸਟਾਰਟ ਕਰਨ ਲੱਗੇ ਆਪਾਂ ਦੈਟ ਇਜ਼ 1.3 ਠੀਕ ਹੈ 1.3 ਵਿੱਚ ਫਸਟ ਸਮ ਹੈ ਆਪਣੇ ਕੋਲ ਇਨ ਅ ਕੰਪੀਟੀਟਿਵ ਐਗਜ਼ਾਮ 5 ਮਾਰਕਸ ਆਰ ਅਵਾਰਡਡ ਫॉर ਈਚ ਕਰੈਕਟ ਆਨਸਰ। ਮੰਨ ਲਓ ਆਪਾਂ ਕੋਈ ਵੀ ਇੱਕ ਪੇਪਰ ਦਿੱਤਾ, ਪੇਪਰ ਵਿੱਚ ਜੇ ਤਾਂ ਆਪਾਂ ਉਹ ਆਨਸਰ ਸਹੀ ਕੱਢਿਆ ਤਾਂ ਉਹ ਆਨਸਰ ਸਹੀ ਕੱਢਣ ਦੇ ਆਪਾਂ ਨੂੰ 5 ਮਾਰਕਸ ਮਿਲਣਗੇ। 2 ਮਾਰਕਸ ਆਰ ਡਿਡਕਟਡ ਫॉर ਈਚ ਇਨਕਰੈਕਟ ਆਨਸਰ। ਜੇ ਪਰ ਮੈਂ ਆਨਸਰ ਕੱਢਿਆ ਪਰ ਆਨਸਰ ਹੋ ਗਿਆ ਮੇਰਾ ਗਲਤ ਤਾਂ ਮੇਰੇ 2 ਮਾਰਕਸ ਕੀ ਹੈ ਫਿਰ ਨੈਗੇਟਿਵ ਚੱਲ ਜਾਣਗੇ, ਮਤਲਬ ਮੇਰੇ 2 ਮਾਰਕਸ ਕੱਟ ਹੋ ਜਾਣਗੇ ਉਹਦੇ ਵਿੱਚੋਂ। ਅਤੇ ਅਗਰ ਮੈਂ ਕੁਐਸਚਨ ਨੂੰ ਅਟੈਂਪਟ ਹੀ ਨਹੀਂ ਕੀਤਾ, ਕੁਐਸਚਨ ਨੂੰ ਮੈਂ ਮਤਲਬ ਸੋਲਵ ਹੀ ਨਹੀਂ ਕੀਤਾ ਤਾਂ ਫਿਰ ਮੈਨੂੰ ਕੋਈ ਮਾਰਕਸ ਨਹੀਂ ਮਿਲੂਗਾ। ਠੀਕ ਹੈ, ਕੀ ਕੁਐਸਚਨ ਹੈ ਕਿ ਜੇ ਸਹੀ ਕੀਤਾ ਕੁਐਸਚਨ ਤਾਂ 5 ਮਾਰਕਸ ਮਿਲਣਗੇ, ਜੇ ਗਲਤ ਕਰਤਾ ਕੁਐਸਚਨ ਤਾਂ 2 ਮਾਰਕਸ ਡਿਡਕਟ ਹੋ ਜਾਣਗੇ, ਮਤਲਬ ਉਹ ਮਾਈਨਸ ਕਰ ਦੇਣਗੇ 2 ਮਾਰਕਸ। ਜੇ ਮੈਂ ਕੁਐਸਚਨ ਕੀਤਾ ਹੀ ਨਹੀਂ ਤਾਂ ਮੈਨੂੰ ਕੋਈ ਮਾਰਕਸ ਨਹੀਂ ਕੱਟਣਗੇ ਮੇਰਾ। ਠੀਕ ਹੈ, ਹੁਣ ਆਪਾਂ ਆਨਸਰ ਦਾ ਫੋਲੋਇੰਗ ਕੁਐਸਚਨ ਕਰਨੇ ਆ। ਨਿਸ਼ੀ ਅਪੀਅਰਡ ਇਨ ਦ ਐਗਜ਼ਾਮੀਨੇਸ਼ਨ ਐਂਡ ਅਟੈਂਪਟਡ 12 ਕੁਐਸਚਨਸ। ਨਿਸ਼ੀ ਨੇ ਟੋਟਲ ਕਿੰਨੇ ਕੁਐਸਚਨਸ ਕੀਤੇ? ਉਹਨੇ ਟੋਟਲ ਕੁਐਸਚਨਸ ਕਿੰਨੇ ਕੀਤੇ? 12। ਠੀਕ ਹੈ, 12 ਕੁਐਸਚਨਸ ਉਹਨੇ ਅਟੈਂਪਟ ਕੀਤੇ ਕਰੈਕਟਲੀ। ਉਹਨੇ 12 ਕੁਐਸਚਨਸ ਕਰੈਕਟਲੀ ਅਟੈਂਪਟ ਕੀਤੇ। ਕਰੈਕਟਲੀ ਮਤਲਬ ਫਿਰ ਉਹਨੂੰ ਕਿੰਨੇ ਮਾਰਕਸ ਮਿਲੇ ਹੋਣਗੇ? ਮਾਰਕਸ ਕਿੰਨੇ ਮਿਲੇ ਹੋਣਗੇ ਉਹਨੂੰ? ਜਿਵੇਂ ਇੱਕ ਕੁਐਸਚਨ 'ਤੇ 5 ਮਾਰਕਸ ਮਿਲਦੇ ਆ, 12 ਕੁਐਸਚਨ 'ਤੇ ਕਿੰਨੇ ਮਿਲਣਗੇ? 12 ਮਲਟੀਪਲਾਈ 5 ਦੈਟ ਇਜ਼ ਉਹਨੂੰ ਕਿੰਨੇ ਮਾਰਕਸ ਮਿਲੇ ਹੋਣਗੇ ਇੱਥੇ? 60 ਮਾਰਕਸ। ਕਲੀਅਰ। ਨੈਕਸਟ ਹੈ ਐਂਡ 5 ਕੁਐਸਚਨਸ ਇਨਕਰੈਕਟਲੀ, ਬਟ ਉਹਨੇ ਕਿੰਨੇ ਕੁਐਸਚਨ ਗਲਤ ਕਰਤੇ? ਇਨਕਰੈਕਟ ਕੁਐਸਚਨਸ ਕਿੰਨੇ ਹੋ ਗਏ ਉਹਨਾਂ ਤੋਂ? 5। ਇਨਕਰੈਕਟ ਕੁਐਸਚਨਸ ਇਜ਼ ਇਕੁਅਲਸ ਟੂ 5 ਤਾਂ ਕਿੰਨੇ ਮਾਰਕਸ ਹੁਣ ਉਹਦੇ ਕੱਟੇ ਜਾਣਗੇ? ਮਾਰਕਸ ਡਿਟਕਟਡ। ਡਿਟਕਟਡ ਕਿਉਂ ਲਿਖ ਰਹੀ ਹੈ? ਕਿਉਂਕਿ ਮਾਰਕਸ ਜੇ ਮੈਂ ਗਲਤ ਕਰਤੇ ਆਨਸਰ ਤਾਂ ਮੇਰੇ ਮਾਰਕਸ ਹੁਣ ਕੱਟ ਹੋ ਜਾਣਗੇ। ਤਾਂ 5 ਕੁਐਸਚਨਸ ਉਹਨੇ ਗਲਤ ਕੀਤੇ ਹੈ, ਇੱਕ ਕੁਐਸਚਨ ਗਲਤ ਕਰਨ ਦੇ 2 ਮਾਰਕਸ ਕੱਟ ਲੈਂਦੇ, 5 ਕੁਐਸਚਨ ਦੇ ਕਿੰਨੇ ਕੱਟਣਗੇ? 10 ਮਾਰਕਸ। ਠੀਕ ਹੈ, ਤਾਂ 60 ਵਿੱਚੋਂ ਤਾਂ 10 ਮਾਰਕਸ ਉਹਨੇ ਕਟਵਾ ਹੀ ਲਏ, ਮਤਲਬ ਉਹਦੇ ਟੋਟਲ ਮਾਰਕਸ ਕਿੰਨੇ ਰਹਿ ਗਏ ਹੁਣ? 50 ਮਾਰਕਸ। ਠੀਕ ਹੈ, ਨੈਕਸਟ ਕੀ ਕਹਿ ਰਹੇ ਆਪਾਂ ਨੂੰ? ਵਟ ਵਿਲ ਬੀ ਹਰ ਸਕੋਰ, ਤਾਂ ਉਹਦੇ ਸਕੋਰ ਕਿੰਨੇ ਹੋਣਗੇ? 50 ਸਕੋਰ। ਠੀਕ ਹੈ, ਉਹਨੇ ਕੀ ਹੈ 2 ਕੁਐਸਚਨਸ, ਕਿੰਨੇ ਕੁਐਸਚਨ ਕੀਤੇ ਨੇ? 5 ਕੁਐਸਚਨਸ ਕੀਤੇ, ਹਰੇਕ ਇਨਕਰੈਕਟ ਆਨਸਰ ਲਈ ਉਹਨੂੰ 50 ਮਾਰਕਸ ਆਉਣਗੇ ਉਹਦੇ ਸਾਰੇ ਟੋਟਲ ਮਾਰਕਸ ਇਜ਼ ਇਕੁਅਲਸ ਟੂ 50। ਠੀਕ ਹੈ, ਅੱਗੇ ਕੀ ਹੈ? ਰੋਹਨ ਅਟੈਂਪਟਡ 7 ਕੁਐਸਚਨਸ ਕਰੈਕਟਲੀ। ਹੁਣ ਆਪਾਂ ਇਹ ਤਾਂ ਸਾਰੀ ਗੱਲ ਹੋ ਗਈ ਸੀ ਆਪਣੀ ਨਿਸ਼ੀ ਦੀ। ਠੀਕ ਹੈ, ਬੀ ਪਾਰਟ ਵਿੱਚ ਹੈ ਰੋਹਨ ਬਾਰੇ। ਰੋਹਨ ਨੇ ਕੀ ਕੀਤਾ? 7 ਕੁਐਸਚਨ ਉਹਨੇ ਕਰੈਕਟ ਕੀਤੇ। ਟੋਟਲ ਕਰੈਕਟ ਆਨਸਰਸ ਕਿੰਨੇ ਆ ਉਹਦੇ? 7। ਤਾਂ ਮਾਰਕਸ ਕਿੰਨੇ ਮਿਲਣਗੇ? ਟੋਟਲ ਮਾਰਕਸ ਫॉर ਕਰੈਕਟ ਆਨਸਰਸ ਕਿੰਨੇ ਮਿਲਣਗੇ ਉਹਨੂੰ? 7 ਮਲਟੀਪਲਾਈ 5, ਕਿਉਂਕਿ 1 ਮਾਰਕਸ ਕਰਨ ਦੇ ਉਹਨੂੰ 5 ਮਾਰਕਸ ਮਿਲਦੇ ਸੀ ਨਾ, ਤਾਂ 7 ਮਲਟੀਪਲਾਈ 5 ਕਿੰਨਾ ਆ ਜਾਊਗਾ ਆਪਣੇ ਕੋਲ? 35। ਨੈਕਸਟ ਕਿਹਾ ਉਹਨੇ ਨੇ ਐਂਡ 9 ਕੁਐਸਚਨਸ ਇਨਕਰੈਕਟ। ਟੋਟਲ ਇਨਕਰੈਕਟ ਕੁਐਸਚਨਸ ਉਹਨੇ ਕਿੰਨੇ ਕਰਤੇ? ਟੋਟਲ ਇਨਕਰੈਕਟ ਆਨਸਰਸ ਉਹਨੇ ਕਿੰਨੇ ਕਰਤੇ ਹੈ? 9। ਤਾਂ ਕਿੰਨੇ ਮਾਰਕਸ ਡਿਟੈਕਟ ਹੋਣਗੇ? ਮਾਰਕਸ ਡਿਟੈਕਟਡ, ਇੱਕ ਕੁਐਸਚਨ ਗਲਤ ਕਰਨ ਦੇ 2 ਮਾਰਕਸ ਕੱਟਦੇ ਸੀ ਨਾ, 9 ਕੁਐਸਚਨ ਗਲਤ ਕਰਨ ਦੇ ਮਲਟੀਪਲਾਈ ਟੂ 18 ਮਾਰਕਸ ਉਹਦੇ ਕੀ ਹੈ? ਕੱਟ ਕਰ ਲੈਣਗੇ। ਅਤੇ ਹੀ ਡਿਡ ਨਾਟ ਅਟੈਂਪਟ 4 ਕੁਐਸਚਨ, ਅਤੇ ਉਹਨੇ 4 ਕੁਐਸਚਨ ਅਟੈਂਪਟ ਹੀ ਨਹੀਂ ਕੀਤੇ। ਉਹ ਤਾਂ ਆਪਾਂ ਕਿਹਾ ਸੀ ਜੇ ਕੁਐਸਚਨ ਅਟੈਂਪਟ ਹੀ ਨਹੀਂ ਕਰੂਗਾ ਤਾਂ ਕੋਈ ਨੂੰ ਮਾਰਕਸ ਨਹੀਂ ਮਿਲੂਗਾ, ਕੋਈ ਫਾਇਦਾ ਨਹੀਂ ਮਾਰਕਸ ਵਗੈਰਾ ਦਾ ਫਿਰ ਤਾਂ। ਠੀਕ ਹੈ, ਵਾਟ ਇਜ਼ ਹਿਸ ਸਕੋਰ? ਉਹਦੇ ਸਕੋਰ ਕਿੰਨੇ ਹੋਣਗੇ? 35 ਮਾਰਕਸ ਉਹਨੇ ਗੇਨ ਕੀਤੇ ਸੀ, ਉਹਦੇ ਵਿੱਚੋਂ 18 ਮਾਰਕਸ ਉਹਨੇ ਕਟਵਾ ਲਏ, ਤਾਂ ਕਿੰਨੇ ਰਹਿ ਗਏ ਉਹਦੇ ਕੋਲ? 17 ਮਾਰਕਸ। ਤਾਂ ਟੋਟਲ ਰੋਹਨ ਦੇ ਮਾਰਕਸ ਕਿੰਨੇ ਆਏ? 17, ਅਤੇ ਇਹਦੇ ਉੱਪਰਲੇ ਮਾਰਕਸ ਕਿੰਨੇ ਸੀ ਨਿਸ਼ੀ ਦੇ? 50 ਮਾਰਕਸ। ਤਾਂ ਟੋਟਲ ਵੱਧ ਕਿਹਦੇ ਮਾਰਕਸ ਹੈ? ਨਿਸ਼ੀ ਦੇ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਸੈਕਿੰਡ ਕੁਐਸਚਨ। ਸੈਕਿੰਡ ਕੁਐਸਚਨ ਵਿੱਚ ਕੀ ਕਿਹਾ? ਧਿਆਨ ਨਾਲ ਦੇਖੋ। ਦ ਟੈਂਪਰੇਚਰ ਆਫ ਅ ਪੀਸ ਆਫ ਮੈਟਲ ਇਜ਼ -13 ਡਿਗਰੀ ਸੈਲਸੀਅਸ। ਮੰਨ ਲਓ ਮੇਰੇ ਕੋਲ ਕੋਈ ਵੀ ਮੈਟਲ ਦਾ ਪੀਸ ਹੈ, ਇਸ ਮੈਟਲ ਦੇ ਪੀਸ ਦਾ ਟੈਂਪਰੇਚਰ ਕਿੰਨਾ ਹੈ? -13 ਡਿਗਰੀ ਸੈਲਸੀਅਸ। ਔਨ ਹੀਟਿੰਗ ਦ ਟੈਂਪਰੇਚਰ ਆਫ ਦ ਮੈਟਲ ਰਾਈਜ਼ਿਸ। ਜਦੋਂ ਮੈਂ ਇਹਨੂੰ ਹੀਟ ਕਰੂੰਗੀ, ਜਦੋਂ ਮੈਂ ਮੈਟਲ ਨੂੰ ਹੀਟ ਕਰੂੰਗੀ ਤਾਂ ਓਬਵੀਅਸ ਮੈਟਲ ਨੂੰ ਹੀਟ ਕਰੀ ਜਾਵਾਂਗੇ, ਟੈਂਪਰੇਚਰ ਵਧੀ ਜਾਊਗਾ। ਹੀਟ ਕਰਕੇ ਜਿੱਥੇ -13 ਡਿਗਰੀ ਸੈਲਸੀਅਸ ਟੈਂਪਰੇਚਰ ਸੀ, ਹੀਟ ਕਰਕੇ ਹੁਣ ਉਹ ਟੈਂਪਰੇਚਰ 63 ਡਿਗਰੀ ਸੈਲਸੀਅਸ ਹੋ ਗਿਆ। ਠੀਕ ਹੈ, ਉਹਨਾਂ ਨੇ ਪੁੱਛਿਆ ਵਾਟ ਇਜ਼ ਦ ਚੇਂਜ ਇਨ ਦ ਟੈਂਪਰੇਚਰ ਆਫ ਮੈਟਲ ਪੀਸ, ਵੀ -13 ਤੋਂ 63 ਡਿਗਰੀ ਹੋ ਗਿਆ, ਕਿੰਨਾ ਫਰਕ ਆਇਆ? ਜਦੋਂ ਚੇਂਜ ਕੱਢਣਾ ਹੋਵੇ ਨਾ, ਚੇਂਜ ਮਤਲਬ ਆਪਾਂ ਦੋਨੋਂ ਟਰਮਸ ਨੂੰ ਸਬਟਰੈਕਟ ਕਰਨਾ ਹੈ। ਦੋਨੋਂ ਟਰਮਸ ਨੂੰ ਸਬਟਰੈਕਟ ਕਿਵੇਂ ਕਰਨਾ ਹੁੰਦਾ ਹੈ? ਵੱਡੀ ਟਰਮ ਰੱਖਣੀ ਹੁੰਦੀ ਹੈ ਪਹਿਲਾਂ, ਜਾਂ ਤੁਸੀਂ ਕੀ ਕਰਿਆ ਕਰੋ ਵੱਡੀ ਟਰਮ, ਜਾਂ ਤੁਸੀਂ ਇੱਦਾਂ ਕਰੋ ਕਿ 63 ਰੱਖੋ, ਉਹਦੇ ਵਿੱਚੋਂ 13 ਡਿਗਰੀ ਨੂੰ ਕੀ ਹੈ? ਸਬਟਰੈਕਟ ਕਰ ਦਿਓ। ਠੀਕ ਹੈ, ਤਾਂ ਕਿੰਨਾ ਚੇਂਜ ਆਇਆ ਆਪਣੇ ਕੋਲ? 50 ਡਿਗਰੀ ਸੈਲਸੀਅਸ। ਇੰਨਾ ਫਰਕ ਆਇਆ 50 ਡਿਗਰੀ ਸੈਲਸੀਅਸ ਦਾ, ਅਤੇ ਉਹਦਾ ਟੈਂਪਰੇਚਰ ਕਿੰਨਾ ਹੋ ਗਿਆ? 13 ਡਿਗਰੀ ਸੈਲਸੀਅਸ। ਵਟ ਟੈਂਪਰੇਚਰ ਆਫ ਦ ਮੈਟਲ
ਵੁੱਡ ਬੀ ਐਗਜ਼ੈਕਟਲੀ ਬਿਟਵੀਨ ਦਾ ਇਨੀਸ਼ੀਅਲ ਐਂਡ ਫਾਈਨਲ ਟੈਂਪਰੇਚਰ। ਉਹਦਾ ਹੁਣ ਕਹਿੰਦੇ ਇਨੀਸ਼ੀਅਲ ਅਤੇ ਫਾਈਨਲ ਟੈਂਪਰੇਚਰ ਦੇ ਵਿੱਚ ਪਹਿਲਾਂ ਇਨੀਸ਼ੀਅਲ ਮਤਲਬ ਹੁੰਦਾ ਸ਼ੁਰੂ ਵਾਲਾ ਟੈਂਪਰੇਚਰ, ਫਾਈਨਲ ਹੁੰਦਾ ਐਂਡ ਵਾਲਾ ਟੈਂਪਰੇਚਰ। ਸ਼ੁਰੂ ਅਤੇ ਐਂਡ ਵਾਲੇ ਟੈਂਪਰੇਚਰ ਦੇ ਵਿੱਚ ਕਹਿੰਦੇ ਕਿੰਨਾ ਟੈਂਪਰੇਚਰ ਐਗਜ਼ੈਕਟ ਮੈਟਲ ਦਾ ਸੀਗਾ, ਇਨ ਬਿਟਵੀਨ ਕਿੰਨਾ ਹੋਊਗਾ। ਠੀਕ ਹੈ, ਤਾਂ ਇਨ ਬਿਟਵੀਨ ਕੱਢਣ ਲਈ ਆਪਾਂ ਕੀ ਜਦੋਂ ਮਿਡਵੇ ਦੀ ਗੱਲ ਕਰਨੀ ਹੋਵੇ ਇਨ ਬਿਟਵੀਨ ਦੀ, ਤਾਂ ਬਿਟਵੀਨ ਕੱਢਣ ਲਈ ਆਪਣਾ ਜੋ ਵੀ ਹੁਣ ਟੈਂਪਰੇਚਰ ਰਾਈਜ਼ ਆਇਆ ਉਹਨੂੰ ਡਿਵਾਈਡ ਕਰ ਦਿਓ 2 ਨਾਲ। ਠੀਕ ਹੈ, ਇਹ ਮਿਡਵੇ ਦਾ ਟੈਂਪਰੇਚਰ ਆ ਜਾਂਦਾ ਹੁੰਦਾ ਇਨ ਬਿਟਵੀਨ ਦਾ ਟੈਂਪਰੇਚਰ। ਤਾਂ 50 ਡਿਵਾਈਡ ਬਾਈ 2 ਦੈਟ ਇਜ਼ 25। ਇੰਨਾ ਟੈਂਪਰੇਚਰ ਡਿਗਰੀ ਸੈਲਸੀਅਸ, ਇੰਨਾ ਟੈਂਪਰੇਚਰ ਹੋਊਗਾ ਇਨ ਬਿਟਵੀਨ ਦਾ। ਅੱਗੇ ਕਹਿੰਦੇ ਕੈਲਕੂਲੇਟ ਦਾ ਟੈਂਪਰੇਚਰ ਇਫ ਇਟ ਰਾਈਜ਼ਿਸ ਟੂ 63। ਕਿੰਨਾ ਟੈਂਪਰੇਚਰ ਹੋਊਗਾ ਜੇ ਉਹ 63 ਤੇ ਰਾਈਜ਼ ਹੋ ਗਿਆ। ਇਹ ਆਪਾਂ ਪਹਿਲਾਂ ਹੀ ਕਰ ਚੁੱਕੇ ਹਾਂ ਕਿ 50 ਡਿਗਰੀ ਟੈਂਪਰੇਚਰ ਰਾਈਜ਼ ਹੋਊਗਾ, ਮਤਲਬ 50 ਡਿਗਰੀ ਆਪਾਂ ਟੈਂਪਰੇਚਰ ਹੋਰ ਵਧਾਤਾ ਤਾਂ ਜਾ ਕੇ ਉਹ ਕੀ ਹੈ 60 ਡਿਗਰੀ ਸੈਲਸੀਅਸ ਹੋ ਜਾਊਗਾ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਕੁਐਸਚਨ, ਗੌਰਵਸ ਬੈਂਕ ਬੈਲੈਂਸ ਵਾਸ 2000। ਗੌਰਵ ਦੇ ਬੈਂਕ ਦੇ ਵਿੱਚ 2000 ਰੁਪੀਜ਼ ਹੈ। ਠੀਕ ਹੈ, ਮੰਨ ਲਓ ਮੇਰੇ ਕੋਲ ਇੱਕ ਬੈਂਕ ਅਕਾਊਂਟ ਹੈ, ਉਹਦੇ ਬੈਂਕ ਅਕਾਊਂਟ ਵਿੱਚ 2000 ਰੁਪੀਜ਼ ਹੈ। ਇਨ ਅ ਮੰਥ ਹੀ ਡਿਪੋਜ਼ਿਟਡ 300, 750, 400। ਟੋਟਲ ਮਹੀਨੇ ਦੇ ਵਿੱਚ ਉਹਨੇ ਕੀ ਹੈ 300 ਰੁਪਈਆ, ਫਿਰ 750, ਫਿਰ 450, ਇੰਨੇ ਪੈਸੇ ਜਾ ਕੇ ਉਹਨੇ ਕੀ ਹੈ ਜਮ੍ਹਾਂ ਕਰਵਾ ਆਂਦੇ। ਠੀਕ ਹੈ, ਮਤਲਬ ਕੀ ਹੈ 2000 ਤਾਂ ਉਹਦੇ ਪਹਿਲੇ ਹੀ ਹੈਗਾ ਸੀ ਬੈਂਕ 'ਚ, ਪਲੱਸ ਉਹਨੇ ਕੀ ਹੈ 300 ਪਲੱਸ 750 ਪਲੱਸ 450, ਇੰਨੇ ਪੈਸੇ ਜਾ ਕੇ ਕੀ ਹੈ ਫਿਰ ਜਮ੍ਹਾਂ ਕਰਵਾ ਆਂਦੇ। ਟੋਟਲ ਪੈਸੇ ਉਹਦੇ ਕਿੰਨੇ ਬਣ ਗਏ, ਪਲੱਸ ਕਰ ਲਿਓ 3500 ਰੁਪੀਜ਼ ਮਤਲਬ ਟੋਟਲ ਬਣ ਗਏ ਉਹਦੇ ਬੈਂਕ ਵਿੱਚ। ਐਂਡ ਇਸ਼ੂਡ ਦਾ ਚੈੱਕ ਆਫ 700 ਐਂਡ ਇੰਨਾ, ਅਤੇ ਇੰਨੇ ਦਾ ਉਹਨੇ ਚੈੱਕ ਵੀ ਇਸ਼ੂ ਕਰਵਾਇਆ। ਚੈੱਕ ਮਤਲਬ ਕਿ ਪੈਸੇ ਹੋਰ ਜਮ੍ਹਾਂ ਕਰਵਾਤੇ। ਹੁਣ 3500 ਦੇ ਵਿੱਚ ਉਹਨੇ 700 ਅਤੇ 1250 ਇੰਨੇ ਪੈਸੇ ਕੀ ਹੈ ਹੋਰ ਜਮ੍ਹਾਂ ਕਰਵਾਤੇ। ਐਂਡ ਇਸ਼ੂਡ ਚੈੱਕ ਵਟ ਇੰਨਾ ਐਂਡ ਇੰਨਾ ਫਾਈਂਡ ਦਾ ਐਂਡ। ਓਕੇ, ਇਸ਼ੂਡ ਦਾ ਮਤਲਬ ਕੀ ਹੈ ਕਿ ਇੰਨਾ ਉਹਨੇ ਚੈੱਕ ਦੁਆਰਾ ਬਾਹਰ ਕਢਵਾ ਲਿਆ। ਇੱਥੇ ਕੀ ਹੈ ਪਹਿਲਾਂ ਉਹਨੇ ਇੰਨੇ ਪੈਸੇ ਸਾਰੇ ਜਮ੍ਹਾਂ ਕਰਵਾਏ ਸੀਗੇ, ਹੁਣ ਉਹਨੇ ਕੀ ਕੀਤਾ ਇੰਨੇ ਪੈਸਿਆਂ ਦੇ ਵਿੱਚੋਂ ਚੈੱਕ ਲਾਇਆ। ਚੈੱਕ ਉਹਨੇ ਕਿਹਾ ਕਿ 700 ਅਤੇ ਮੈਨੂੰ ਇੰਨੇ ਪੈਸੇ ਬਾਹਰ ਕੱਢ ਦਿਓ। ਮਤਲਬ ਟੋਟਲ ਕਿੰਨੇ ਪੈਸੇ ਬਾਹਰ ਕੱਢਣ ਨੂੰ ਕਿਹਾ, ਇਹਨਾਂ ਨੂੰ ਪਲੱਸ ਕਰ ਲਓ ਕਿੰਨਾ ਆ ਜਾਊਗਾ ਦੇਖੋ 1250 ਅਤੇ 700 ਨੂੰ ਪਲੱਸ ਕਰ ਦਿਓ। ਮਤਲਬ ਉਹਨੇ ਕਿਹਾ ਕਿ 1950 ਰੁਪੀਜ਼ ਮੈਂ ਕੀ ਹੈ ਬਾਹਰ ਕੱਢਣੇ ਆ। ਕਲੀਅਰ, ਤਾਂ ਕਿੰਨਾ ਆ ਜਾਊਗਾ ਆਪਣੇ ਕੋਲ ਧਿਆਨ ਨਾਲ ਦੇਖੋ। ਟੋਟਲ ਪੈਸੇ ਉਹਦੇ ਕੋਲ ਕਿੰਨੇ ਸੀ 3500, ਉਹਦੇ ਵਿੱਚ ਉਹਨੇ 1950 ਕੀ ਹੈ ਬਾਹਰ ਕਢਵਾ ਲਏ। ਮਾਈਨਸ ਹੋ ਜਾਣਗੇ, ਜਿਵੇਂ ਮੰਨ ਲਓ ਮੇਰੇ ਕੋਲ 20 ਰੁਪੀਜ਼ ਹੈ, 20 'ਚ ਮੈਂ 12 ਰੁਪੀਜ਼ ਖਰਚ ਲਏ, ਤਾਂ ਮਾਈਨਸ ਕਰਾਂਗੇ ਨਾ ਜੋ ਆਪਣੇ ਕੋਲ ਆਂਸਰ ਆਊਗਾ। ਤਾਂ ਇਹਨੂੰ ਮਾਈਨਸ ਕਰੋ, ਆਂਸਰ ਕਿੰਨਾ ਆ ਜਾਊਗਾ 1150। ਤਾਂ ਇੰਨੇ ਪੈਸੇ ਉਹਦੇ ਕੀ ਹੈ ਬੈਂਕ ਵਿੱਚ ਹਲੇ ਵੀ ਹੋਣਗੇ। ਕਲੀਅਰ, ਨੈਕਸਟ ਆਪਾਂ ਕੁਐਸਚਨ ਸਟਾਰਟ ਕਰਨ ਲੱਗੇ ਹਾਂ। ਕੁਐਸਚਨ ਨੰਬਰ 7। ਧਿਆਨ ਨਾਲ ਦੇਖੋ ਇਸ ਕੁਐਸਚਨ ਵਿੱਚ ਕੀ ਕਰਨਾ ਹੈ। Imagine you are a fighter pilot flying a jet aircraft at the altitude of 20,000 feet। ਮੰਨ ਲਓ ਤੁਸੀਂ ਕਿ ਇੱਕ ਜੈਟ ਏਅਰਕ੍ਰਾਫਟ ਚਲਾ ਰਹੇ ਹੋ। ਆ ਜੈਟ ਏਅਰਕ੍ਰਾਫਟ ਹੈ, ਤੁਸੀਂ ਗਰਾਊਂਡ ਤੋਂ ਉਹਨੂੰ ਕੀ ਹੈ 20,000 ਫੀਟ ਅਬਵ ਚਲਾ ਰਹੇ ਹੋ, ਉਡਾ ਰਹੇ ਹੋ। ਠੀਕ ਹੈ, ਉਸ ਤੋਂ ਬਾਅਦ ਕੀ ਕਿਹਾ ਉਹਨਾਂ ਨੇ ਯੂ ਲੋਅਰ ਦਾ ਏਅਰਕ੍ਰਾਫਟ ਬਾਈ 7,000 ਫੀਟ। ਤੁਸੀਂ ਬਾਅਦ 'ਚੋਂ ਉਸ ਏਅਰਕ੍ਰਾਫਟ ਨੂੰ ਨੀਚੇ ਲੈ ਆਏ। ਕਿੰਨਾ ਨੀਚੇ ਲੈ ਕੇ ਆਏ 7,000 ਫੀਟ। ਮਤਲਬ ਉਹ 20,000 ਪਹਿਲਾਂ ਸੀਗਾ, ਜਦੋਂ ਨੀਚੇ ਲੈ ਕੇ ਆਉਂਦੇ ਨਾ, ਨੀਚੇ ਲੈਣ 'ਤੇ ਮਤਲਬ ਉਹਦੀ ਵੈਲਿਊ ਨੈਗੇਟਿਵ ਹੋ ਜਾਂਦੀ ਹੈ। ਮਤਲਬ ਨੀਚੇ ਆਇਆ ਨੈਗੇਟਿਵ, ਤੁਸੀਂ ਕਿੰਨਾ ਲਿਆ ਉਹਨੂੰ 7,000। ਮਤਲਬ ਹੁਣ ਉਹ ਕਿੰਨੀ ਹਾਈਟ 'ਤੇ ਹੋਊਗਾ, ਹੁਣ ਉਹ 13,000 ਫੀਟ 'ਤੇ ਹੋਊਗਾ। ਕਲੀਅਰ, ਦੈਨ ਰੇਜ਼ਿਜ਼ ਇਟ ਬਾਈ 5,000। ਬਾਅਦ 'ਚ ਤੁਸੀਂ ਕੀ ਕੀਤਾ 13,000 'ਤੇ ਸੀਗਾ ਜੈਟ ਏਅਰਕ੍ਰਾਫਟ, ਉਹਨੂੰ ਤੁਸੀਂ ਕੀ ਹੈ ਫਿਰ 5,000 ਉੱਪਰ ਲੈ ਗਏ। ਰੇਜ਼ਿਜ਼ ਮਤਲਬ ਉੱਪਰ ਲਿਜਾਣਾ ਤਾਂ ਉਹਨੂੰ ਪੋਜ਼ੀਟਿਵ ਕਰਨਾ। ਠੀਕ ਹੈ, ਤੁਸੀਂ ਉਹਨੂੰ ਫਿਰ ਉੱਪਰ ਲੈ ਗਏ। ਉੱਪਰ ਲਿਜਾਣ 'ਤੇ ਕਿੰਨਾ ਆ ਜਾਊਗਾ ਦੇਖੋ 18,000 ਫੀਟ। ਹੁਣ ਮਤਲਬ ਐਕਚੁਅਲੀ ਕਿੱਥੇ ਹੈ 18,000 ਫੀਟ 'ਤੇ। ਵਾਟ ਇਜ਼ ਅ ਨੈਟ ਚੇਂਜ। ਨੈਟ ਚੇਂਜ ਮਤਲਬ ਕਿੰਨਾ ਫਰਕ ਪਿਆ। ਪਹਿਲਾਂ ਤਾਂ ਉਹ ਸੀਗਾ 20,000 ਫੀਟ 'ਤੇ। ਕਲੀਅਰ, ਹੁਣ ਉਹ ਕਿੱਥੇ ਰਹਿ ਗਿਆ 18,000 ਫੀਟ 'ਤੇ। ਨੈਟ ਚੇਂਜ ਕੱਢਣਾ, ਚੇਂਜ ਮਤਲਬ ਹੁੰਦਾ ਕਿ ਆਪਾਂ ਮਾਈਨਸ ਕਰਨਾ। ਇਨੀਸ਼ੀਅਲ ਜੋ ਪਹਿਲਾਂ ਓਰੀਜਨਲ ਸੀਗਾ ਮਾਈਨਸ ਜਿੰਨਾ ਹੁਣ ਉਹ ਹੈਗਾ, ਤਾਂ ਮਾਈਨਸ ਕਰਕੇ ਕਿੰਨਾ ਆ ਜਾਊਗਾ 2,000 ਫੀਟ ਹੁਣ ਐਕਚੁਅਲੀ ਉਹ ਹੈਗਾ। ਅੱਗੇ ਕਿਹਾ ਆਲਸੋ ਫਾਈਂਡ ਦਾ ਐਲਟੀਟਿਊਡ ਆਫਟਰ 2 ਚੇਂਜਸ। ਮਤਲਬ ਉਹਨੇ ਇਹਦਾ 2 ਵਾਰੀ ਕੀਤਾ, ਪਹਿਲਾਂ 2 ਵਾਰੀ ਨੀਚੇ ਆਇਆ, 2 ਵਾਰੀ ਉੱਪਰ ਗਿਆ। ਆਪਾਂ 2 ਵਾਰੀ ਨੈਟ ਚੇਂਜ ਕਰਨਾ ਨਾ, ਤਾਂ ਜਿੰਨਾ ਨੈਟ ਚੇਂਜ ਆਇਆ ਉਹਨੂੰ 2 ਟਾਈਮਸ ਕਰ ਦਿਓ, 2 ਨਾਲ ਮਲਟੀਪਲਾਈ ਕਰ ਦਿਓ, ਉਹਨਾਂ 2 ਵਾਰੀ ਆ ਜਾਊਗਾ ਕਿੰਨਾ ਆ ਜਾਊਗਾ 4,000 ਫੀਟ। ਤਾਂ ਇੱਦਾਂ ਆਪਾਂ ਨਿਊਮੈਰੀਕਲ ਨੂੰ ਸੋਲਵ ਕਰਨਾ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਰਘੂਰਾਜ ਹੈਜ਼ 30 ਮਾਰਬਲਸ। ਟੋਟਲ ਮਾਰਬਲਸ ਰਘੂਰਾਜ ਕੋਲ ਕਿੰਨੇ ਹੈ, ਟੋਟਲ ਮਾਰਬਲਸ ਕਿੰਨੇ ਉਹਦੇ ਕੋਲ 30।
ਇਨ 5 ਗੇਮਸ ਹੀ ਵੌਨ 3 ਮਾਰਬਲਸ ਈਚ। ਉਹਨੇ 5 ਗੇਮਸ ਖੇਡੀਆਂ, 1 2 3 4 5। ਹਰੇਕ 5 ਗੇਮ ਦੇ ਵਿੱਚ 3 ਮਾਰਬਲ ਜਿੱਤੀ ਗਿਆ। ਇੱਥੇ 3 ਮਾਰਬਲ ਜਿੱਤ ਲਏ, ਇੱਥੇ 3 ਮਾਰਬਲ, ਇੱਥੇ ਵੀ, ਇੱਥੇ ਵੀ, ਇੱਥੇ ਵੀ। ਅਤੇ ਕਿੰਨੇ ਮਾਰਬਲਸ ਟੋਟਲ ਉਹਨੇ ਜਿੱਤ ਲਏ? ਮਾਰਬਲਸ ਵੌਨ ਇਨ 5 ਗੇਮਸ। 5 ਗੇਮਸ ਉਹਨੇ ਕਿੰਨੇ ਮਾਰਬਲ ਜਿੱਤੇ? 5 × 3। ਦੇਖੋ ਨਾ 5 ਇਹਦੇ ਵਿੱਚ 3 ਜਿੱਤੇ, 3 6 9 12 15। ਅਤੇ ਟੋਟਲ ਮਾਰਬਲਸ ਉਹਨੇ ਕਿੰਨੇ ਜਿੱਤ ਲਏ? 15 ਮਾਰਬਲਸ ਉਹਨੇ ਜਿੱਤ ਲਏ। ਹੁਣ ਉਹਦੇ ਕੋਲ ਟੋਟਲ ਮਾਰਬਲਸ ਕਿੰਨੇ ਹੋ ਗਏ? ਟੋਟਲ ਮਾਰਬਲਸ ਉਹਦੇ ਕੋਲ ਕਿੰਨੇ ਹੋ ਗਏ ਹੋਣਗੇ? ਹੁਣ 30 ਤਾਂ ਉਹਦੇ ਕੋਲ ਪਹਿਲਾਂ ਹੀ ਹੈਗੇ ਸੀਗੇ, ਪਲੱਸ ਉਹਨੇ 15 ਹੋਰ ਜਿੱਤ ਲਏ, ਮਤਲਬ ਹੁਣ ਉਹਦੇ ਕੋਲ ਟੋਟਲ ਮਾਰਬਲਸ 45 ਹੋਣਗੇ। ਐਂਡ ਇਨ 7 ਗੇਮਸ ਹੀ ਲੋਸਟ 2 ਮਾਰਬਲਸ ਈਚ। ਅਤੇ 7 ਗੇਮਸ ਵਿੱਚ ਉਹਨੇ 2 ਮਾਰਬਲ ਹਰੇ ਗੇਮ ਵਿੱਚ ਹਾਰੀ ਗਿਆ। ਤਾਂ ਮਾਰਬਲਸ ਲੋਸਟ ਕਿੰਨੇ ਕਰ ਲਏ ਉਹਨੇ? ਮਾਰਬਲ ਲੋਸਟ ਇਨ 7 ਗੇਮਸ। ਤਾਂ 7 ਗੇਮਸ 'ਚ ਉਹਨੇ ਕਿੰਨੇ ਮਾਰਬਲ ਲੋਸਟ ਕੀਤੇ? 7 × 2। ਮਲਟੀਪਲਾਈ 2 ਕਾਹਤੋਂ? ਕਿਉਂਕਿ ਹਰੇਕ ਗੇਮ ਵਿੱਚ ਉਹਨੇ 2 ਮਾਰਬਲਸ ਲੋਸ ਕਰ ਲਏ, ਮਤਲਬ ਉਹਨੇ 14 ਮਾਰਬਲਸ ਨੂੰ ਕੀ ਹੈ ਲੋਸ ਕਰ ਲਿਆ। ਠੀਕ ਹੈ, ਤਾਂ ਹੁਣ ਉਹਦੇ ਕੋਲ ਦੇਖੋ ਕੀ ਹੈ, 45 ਮਾਰਬਲਸ ਟੋਟਲ ਸੀਗੇ, 45 ਵਿੱਚੋਂ ਉਹਨੇ ਕੀ ਹੈ 14 ਮਾਰਬਲਸ ਲੂਜ਼ ਕਰ ਲਏ। ਤਾਂ ਕਿੰਨੇ ਮਾਰਬਲਸ ਉਹਦੇ ਕੋਲ ਰਹਿ ਗਏ? ਹੁਣ 31 ਮਾਰਬਲਸ। ਮਤਲਬ ਉਹਦੇ ਕੋਲ ਹੁਣ ਐਟ ਦਾ ਐਂਡ ਆਫ ਗੇਮ 31 ਮਾਰਬਲਸ ਹਾਲੇ ਵੀ ਹੈਗੇ ਆ। ਕਲੀਅਰ? ਨੈਕਸਟ ਆ ਗਿਆ ਆਪਣੇ ਕੋਲ, ਟੂ ਕਨਵਰਟ ਟੈਂਪਰੇਚਰ ਫਰੋਮ ਸੈਲਸੀਅਸ ਟੂ ਫਾਰਨਹੀਟ ਵੀ ਮਲਟੀਪਲਾਈ ਡਿਗਰੀ ਸੈਲਸੀਅਸ ਬਾਈ 9/5। ਇਹ ਤੁਸੀਂ ਫਿਜ਼ਿਕਸ ਵਿੱਚ ਵੀ ਕਰੋਗੇ ਕਿ ਜਦੋਂ ਆਪਾਂ ਡਿਗਰੀ ਸੈਲਸੀਅਸ ਅਤੇ ਫਾਰਨਹੀਟ ਦਾ ਰਿਲੇਸ਼ਨ ਕਰਨਾ ਹੁੰਦਾ ਨਾ, ਤਾਂ ਆਪਣੇ ਕੋਲ ਆਹ ਰਿਲੇਸ਼ਨ ਹੁੰਦਾ ਹੈ। ਕੀ ਰਿਲੇਸ਼ਨ ਹੁੰਦਾ ਹੈ? ਡਿਗਰੀ ਫਾਰਨਹੀਟ ਇਜ਼ ਇਕੁਅਲਸ ਟੂ 9/5 ਡਿਗਰੀ ਸੈਲਸੀਅਸ ਪਲੱਸ 32। ਤੁਸੀਂ ਫਿਜ਼ੀਕਲ ਕੁਆਂਟੀਟੀਜ਼ ਐਂਡ ਮੈਜਰਮੈਂਟ ਚੈਪਟਰ ਮਾਈਟ ਵੀ 6th ਵਿੱਚ ਵੀ ਕੀਤਾ ਹੋਊਗਾ, ਇਹਦੇ ਵਿੱਚ ਆਹ ਫਾਰਮੂਲਾ, ਜਾਂ ਤੁਸੀਂ 7th ਵਿੱਚ ਵੀ ਕਰੋਗੇ। ਤਾਂ ਇਹਦੇ ਵਿੱਚ ਉਹਨਾਂ ਨੇ ਕੀ ਕਿਹਾ? ਫਾਈਂਡ ਦਾ ਫਾਰਨਹੀਟ ਟੈਂਪਰੇਚਰ। ਆਪਾਂ ਫਾਰਨਹੀਟ ਟੈਂਪਰੇਚਰ ਫਾਈਂਡ ਆਊਟ ਕਰਨਾ ਹੈ, ਅਤੇ ਆਪਾਂ ਨੂੰ ਡਿਗਰੀ ਸੈਲਸੀਅਸ ਗਿਵਨ ਹੈ। ਜਿਵੇਂ ਫਸਟ ਆਪਾਂ ਨੂੰ ਗਿਵਨ ਹੈ -15 ਡਿਗਰੀ ਸੈਲਸੀਅਸ। ਆਪਾਂ ਕੀ ਕਰਨਾ? ਡਿਗਰੀ ਫਾਰਨਹੀਟ ਨੂੰ ਉਵੇਂ ਰੱਖੀਏ, ਇਕੁਅਲਸ ਟੂ ਉਵੇਂ 9/5 ਉਵੇਂ ਰੱਖੋ। ਹੁਣ ਡਿਗਰੀ ਸੈਲਸੀਅਸ ਦੀ ਵੈਲਿਊ ਗਿਵਨ ਹੈ ਨਾ, ਕਿੰਨੀ ਗਿਵਨ ਹੈ? -15 ਡਿਗਰੀ, -15 ਪੁੱਟ ਕਰ ਦਿਓ। ਤਾਂ ਡਿਗਰੀ ਸੈਲਸੀਅਸ 9/5 ਨਾਲ ਕੀ ਹੈ ਮਲਟੀਪਲਾਈ ਹੋ ਰਿਹਾ, ਸੈਂਟਰ 'ਚ ਮੈਂ ਮਲਟੀਪਲਾਈ ਪਾਤਾ, ਪਲੱਸ 32 ਰੱਖੋ ਉੱਦਾਂ ਹੀ। ਠੀਕ ਹੈ, ਇਹਨੂੰ ਸੋਲਵ ਕਰ ਲਓ। 5 1 5, 5 3 15, ਆ ਨੈਗੇਟਿਵ ਸਾਈਨ ਆ ਗਿਆ, -27 ਪਲੱਸ 32। ਤਾਂ ਕਿੰਨਾ ਆ ਜਾਊਗਾ ਆਪਣੇ ਕੋਲ? 5 ਡਿਗਰੀ ਸੈਲਸੀਅਸ। ਤਾਂ ਫਸਟ ਆਂਸਰ ਆ ਗਿਆ ਆਪਣੇ ਕੋਲ 5 ਡਿਗਰੀ ਸੈਲਸੀਅਸ। ਸਿਮਿਲਰਲੀ ਤੁਸੀਂ ਕੀ ਕਰਨਾ? 40 ਡਿਗਰੀ ਸੈਲਸੀਅਸ ਪੁੱਟ ਕਰ ਦੇਣਾ। ਡਿਗਰੀ ਫਾਰਨਹੀਟ ਉਵੇਂ 9/5 ਉਵੇਂ ਮਲਟੀਪਲਾਈ, ਇੱਥੇ ਹੁਣ ਪੁੱਟ ਕਰ ਦਿਓ 40 ਪਲੱਸ 32। ਇਹਨੂੰ ਕੱਟ ਕਰ ਦਿਓ, ਦੇਖੋ ਕਿੰਨਾ ਆਊਗਾ? 8 5 40, 9 8 72 ਪਲੱਸ 32। ਤਾਂ ਕਿੰਨਾ ਆ ਜਾਊਗਾ? 104 ਡਿਗਰੀ ਫਾਰਨਹੀਟ। ਠੀਕ ਹੈ, ਹੁਣ ਸਿਮਿਲਰਲੀ ਤੁਸੀਂ -40 ਡਿਗਰੀ ਇੱਥੇ ਖੁਦ ਪੁੱਟ ਕਰਨਾ, ਦੇਖੋ ਉਹਦੀ ਵੈਲਿਊ ਕਿੰਨੀ ਆਉਂਦੀ ਹੈ। ਕਲੀਅਰ? ਨੈਕਸਟ ਆ ਗਿਆ ਆਪਣੇ ਕੋਲ, ਇਨ ਅ ਮਾਈਕਰੋਬਾਇਓਲੋਜੀ ਲੈਬੋਰਟਰੀ ਸਰਟਨ ਟੈਸਟ ਆਰ ਡਨ ਅੰਡਰ ਕੰਟਰੋਲ ਟੈਂਪਰੇਚਰ। ਕੁਛ ਕੁ ਮਤਲਬ ਆਪਾਂ ਲੈਬੋਰਟਰੀ ਵਿੱਚ ਗਏ, ਉੱਥੇ ਕੋਈ ਟੈਸਟ ਚੱਲ ਰਹੇ ਸੀ, ਕੋਈ ਬਲੱਡ ਟੈਸਟ ਵਗੈਰਾ ਕੋਈ ਟੈਸਟ ਚੱਲ ਰਹੇ ਸੀਗੇ, ਅਤੇ ਉਹਨਾਂ ਨੇ ਕੁਛ ਕੁ ਟੈਂਪਰੇਚਰ ਤੋਂ ਟੈਸਟ ਕਰਨੇ ਸ਼ੁਰੂ ਕੀਤੇ। ਦ ਵੇਰੀਏਸ਼ਨ ਇਨ ਟੈਂਪਰੇਚਰ ਬਾਈ ਅ ਫਿਕਸਡ ਨੰਬਰ ਆਫ ਡਿਗਰੀਜ਼ ਪਰ ਮਿੰਟ। ਅਤੇ ਹਮੇਸ਼ਾ ਜੋ ਟੈਸਟ ਕਰਦੇ ਸੀ ਨਾ, ਕੁਛ ਕੁ ਮਤਲਬ ਚੇਂਜ ਆਉਂਦਾ ਸੀ ਟੈਂਪਰੇਚਰ ਦੇ ਵਿੱਚ। ਹੁਣ ਉਹ ਕਿਵੇਂ ਚੇਂਜ ਆਉਂਦਾ ਸੀ ਆਪਾਂ ਉਹ ਪੜ੍ਹਨ ਲੱਗੇ ਹਾਂ। ਦ ਟੈਂਪਰੇਚਰ ਐਟ ਦ ਬਿਗਨਿੰਗ ਆਫ ਐਕਸਪੈਰੀਮੈਂਟ ਇਜ਼ 20 ਡਿਗਰੀ ਸੈਲਸੀਅਸ। ਮਤਲਬ ਬਿਗਨਿੰਗ 'ਤੇ ਸਟਾਰਟਿੰਗ 'ਤੇ ਟੈਂਪਰੇਚਰ ਕਿੰਨਾ ਸੀ? ਬਿਗਨਿੰਗ ਟੈਂਪਰੇਚਰ ਕਿੰਨਾ ਸੀ ਆਪਣੇ ਕੋਲ? 20 ਡਿਗਰੀ ਸੈਲਸੀਅਸ। ਠੀਕ ਹੈ, ਇਟ ਇਨਕਰੀਜ਼ ਬਾਏ 40 ਡਿਗਰੀ ਸੈਲਸੀਅਸ ਪਰ ਮਿੰਟ। ਬਾਅਦ ਵਿੱਚ ਕੀ ਹੈ? ਪਰ ਮਿੰਟ ਕੀ ਹੈ? ਆਪਾਂ ਕੀ ਕਹਾਂਗੇ? ਰੇਟ ਆਫ ਇਨਕਰੀਜ਼ ਆਫ ਟੈਂਪਰੇਚਰ। ਰੇਟ ਆਫ ਇਨਕਰੀਜ਼ ਆਫ ਟੈਂਪਰੇਚਰ। ਕਿ ਮੰਨ ਲਓ ਉਹਨਾਂ ਨੇ 2 ਵਜੇ ਕੰਮ ਸ਼ੁਰੂ ਕੀਤਾ, 2 1 'ਤੇ ਹੋਰ 4 ਡਿਗਰੀ ਵੱਧ ਗਿਆ, 2 2 'ਤੇ ਹੋਰ 4 ਡਿਗਰੀ ਵੱਧ ਗਿਆ, ਮਤਲਬ ਪਰ ਮਿੰਟ ਕੀ ਹੈ 4 ਡਿਗਰੀ ਸੈਲਸੀਅਸ ਕੀ ਹੈ ਰਾਈਜ਼ ਹੋਇਆ ਸੀ ਪਰ ਮਿੰਟ। ਵਾਟ ਇਜ਼ ਦ ਟੈਂਪਰੇਚਰ ਐਟ ਦ ਐਂਡ ਆਫ ਐਕਸਪੈਰੀਮੈਂਟ ਇਫ ਇਟ ਟੁਕ 15 ਮਿੰਟਸ। ਹਰੇਕ 1 ਮਿੰਟ ਵਿੱਚ 4 ਵੱਧ ਰਿਹਾ ਸੀ ਨਾ, ਤਾਂ 15 ਮਿੰਟਸ ਵਿੱਚ ਕਿੰਨੇ ਵਧੇ ਹੋਣਗੇ? ਤਾਂ ਆਪਾਂ ਇਹਨੂੰ ਮਲਟੀਪਲਾਈ ਕਰ ਲਾਂਗੇ। ਤਾਂ ਕੀ ਕਰਾਂਗੇ ਆਪਾਂ? ਚੇਂਜ ਇਨ ਦ ਟੈਂਪਰੇਚਰ, ਚੇਂਜ ਇਨ ਟੈਂਪਰੇਚਰ ਆਫਟਰ 15 ਮਿੰਟਸ। ਕਿ ਹਰੇਕ 1 ਮਿੰਟ ਵਿੱਚ ਤਾਂ 4 ਡਿਗਰੀ ਵੱਧ ਰਿਹਾ, 15 ਮਿੰਟ ਵਿੱਚ ਕਿੰਨਾ ਵਧੂਗਾ? 15 × 4 ਦੈਟ ਇਜ਼ ਕਿੰਨਾ ਹੋ ਜਾਊਗਾ ਆਪਣੇ ਕੋਲ? 60 ਡਿਗਰੀ ਸੈਲਸੀਅਸ। ਕਲੀਅਰ? ਹੁਣ ਆਪਾਂ ਕੀ ਕਰਨਾ? 20 ਡਿਗਰੀ ਸੈਲਸੀਅਸ ਤਾਂ ਮੇਰੇ ਕੋਲ ਪਹਿਲੇ ਟੈਂਪਰੇਚਰ ਸੀਗਾ,
ਉਹਦੇ ਵਿੱਚ ਕੀ ਹੈ, ਇੰਨਾ ਟੈਂਪਰੇਚਰ ਇਨਕਰੀਜ਼ ਹੋ ਰਿਹਾ ਸੀ, ਇਨਕਰੀਜ਼ ਮਤਲਬ ਪੋਜ਼ੀਟਿਵ, ਤਾਂ ਪਲੱਸ ਉਹਦੇ ਵਿੱਚ 60 ਡਿਗਰੀ ਹੋਰ ਆ ਗਿਆ, ਤਾਂ ਕਿੰਨਾ ਟੈਂਪਰੇਚਰ ਟੋਟਲ ਹੋ ਗਿਆ ਉੱਥੇ 80 ਡਿਗਰੀ ਸੈਲਸੀਅਸ। ਠੀਕ ਹੈ। ਬੀ ਪਾਰਟ ਵਿੱਚ ਕੀ ਕਿਹਾ, ਧਿਆਨ ਨਾਲ ਦੇਖੋ। ਦ ਟੈਂਪਰੇਚਰ ਇਜ਼ ਮੇਡ ਟੂ ਫਾਲ ਬਾਈ 3 ਡਿਗਰੀ ਪਰ ਮਿਨਟ। ਹੁਣ ਕਿ ਜਿਹੜਾ ਟੈਂਪਰੇਚਰ ਹੈ, ਟੈਂਪਰੇਚਰ ਫਾਲ ਹੋ ਰਿਹਾ, ਟੈਂਪਰੇਚਰ ਘਟ ਰਿਹਾ, ਕਿੰਨਾ 3 ਡਿਗਰੀ ਸੈਲਸੀਅਸ ਪਰ ਮਿਨਟ। ਜਿਵੇਂ ਉੱਪਰ ਵਾਲੇ 'ਚ ਟੈਂਪਰੇਚਰ ਵੱਧਦਾ ਜਾ ਰਿਹਾ ਸੀ ਨਾ ਮਿੰਟ ਦੇ ਨਾਲ ਨਾਲ, ਹੁਣ ਟੈਂਪਰੇਚਰ ਘਟਦਾ ਜਾ ਰਿਹਾ ਮਿੰਟ ਦੇ ਨਾਲ ਨਾਲ। ਫਾਲ ਆਪਾਂ ਮਤਲਬ ਨੈਗੇਟਿਵ ਕਰਾਂਗੇ, ਜਦੋਂ ਵੀ ਕੁਛ ਕਰਨਾ ਹੋਊਗਾ ਨਾ ਟੈਂਪਰੇਚਰ ਉਹ ਨੈਗੇਟਿਵ ਕਰਾਂਗੇ ਆਪਾਂ। ਦ ਟੈਂਪਰੇਚਰ ਆਫ ਐਂਡ ਆਫ ਐਕਸਪੈਰੀਮੈਂਟ ਵਾਜ਼ -7 ਡਿਗਰੀ ਸੈਲਸੀਅਸ। ਟੈਂਪਰੇਚਰ ਹੈ ਜਿਹੜਾ ਐਂਡ ਆਫ ਐਕਸਪੈਰੀਮੈਂਟ 'ਤੇ ਕਿੰਨਾ ਸੀ, ਐਂਡ ਆਫ ਐਕਸਪੈਰੀਮੈਂਟ ਕਿੰਨਾ ਸੀਗਾ, -7 ਡਿਗਰੀ ਸੈਲਸੀਅਸ, ਵਿਚ ਟੁੱਕ 13 ਮਿੰਟਸ ਟੂ ਕੰਪਲੀਟ। ਅਤੇ ਉਹਨੇ ਪੂਰਾ ਕੀ 13 ਮਿੰਟਸ ਲਿਆ ਕੰਪਲੀਟ ਹੋਣ 'ਤੇ। ਹੁਣ 1 ਮਿੰਟ ਵਿੱਚ ਤਾਂ 3 ਡਿਗਰੀ ਟੈਂਪਰੇਚਰ ਫਾਲ ਹੋ ਰਿਹਾ, 13 ਮਿੰਟਸ ਕਿੰਨਾ ਹੋਊਗਾ, 13 × 3 ਡਿਗਰੀ। ਠੀਕ ਹੈ, ਤਾਂ ਕਿੰਨਾ ਆ ਜਾਊਗਾ ਆਪਣੇ ਕੋਲ 39 ਡਿਗਰੀ ਸੈਲਸੀਅਸ। ਸਮਝ ਆ ਗਈ। ਹੁਣ ਆਪਾਂ ਚੈੱਕ ਕਰਨਾ ਕਿ ਬਿਗਨਿੰਗ ਦਾ ਟੈਂਪਰੇਚਰ ਕਿੰਨਾ ਹੋਊਗਾ। ਬਿਗਨਿੰਗ ਦਾ ਟੈਂਪਰੇਚਰ ਕਿਵੇਂ ਚੈੱਕ ਕਰਾਂਗੇ, ਇਹ ਆਪਾਂ ਨੂੰ ਕਿਵੇਂ ਨਾ ਟੈਂਪਰੇਚਰ ਐਟ ਦਾ ਐਂਡ ਆਫ ਐਕਸਪੈਰੀਮੈਂਟ। ਐਂਡ ਆਫ ਐਕਸਪੈਰੀਮੈਂਟ ਮਤਲਬ ਕੀ ਹੈ, ਮੰਨ ਲਓ ਇਨੀਸ਼ੀਅਲ 'ਤੇ x ਸੀਗਾ, ਇਨੀਸ਼ੀਅਲ 'ਤੇ ਪਤਾ ਨਹੀਂ ਟੈਂਪਰੇਚਰ ਕਿੰਨਾ ਸੀਗਾ। ਹੁਣ ਉਸ ਤੋਂ ਬਾਅਦ ਕੀ ਹੈ, ਜਿਹੜਾ ਟੈਂਪਰੇਚਰ ਹੈ ਉਹ ਐਂਡ 'ਤੇ ਉਹਦੇ ਵਿੱਚੋਂ ਜਿਹੜਾ ਪਹਿਲਾਂ ਟੈਂਪਰੇਚਰ ਰਾਈਜ਼ ਜਿਹੜਾ ਟੈਂਪਰੇਚਰ ਫਾਲ ਹੋਇਆ, ਘਟਿਆ। ਮੈਂ ਕਿਹਾ ਸੀ ਨਾ ਜਿਹੜਾ ਟੈਂਪਰੇਚਰ ਫਾਲ ਕੱਢਣਾ ਤਾਂ ਆਨਸਰ ਮਾਈਨਸ ਕੱਢਣਾ। ਇਹ -3 ਡਿਗਰੀ ਸੈਲਸੀਅਸ ਫਾਲ ਹੋ ਰਿਹਾ, ਤਾਂ -39 ਡਿਗਰੀ ਸੈਲਸੀਅਸ ਟੈਂਪਰੇਚਰ ਫਾਲ ਹੋ ਰਿਹਾ, ਅਤੇ ਐਂਡ 'ਤੇ ਟੈਂਪਰੇਚਰ ਕਿੰਨਾ ਆਪਣੇ ਕੋਲ 7 ਡਿਗਰੀ ਸੈਲਸੀਅਸ। ਮਤਲਬ ਟੋਟਲ ਵਿੱਚੋਂ ਜਿੰਨਾ ਟੈਂਪਰੇਚਰ ਫਾਲ ਹੋ ਗਿਆ ਮਾਈਨਸ ਕਰਕੇ ਜੋ ਆਨਸਰ ਆਇਆ ਉਹ ਆਪਾਂ ਨੂੰ ਗਿਵਨ ਸੀ -7 ਡਿਗਰੀ ਸੈਲਸੀਅਸ। ਐਕਸ ਦੀ ਵੈਲਿਊ ਉਵੇਂ -7 ਉਵੇਂ, -39 ਉੱਧਰ ਜਾ ਕੇ ਹੋ ਜਾਊਗਾ +39, ਤਾਂ ਐਕਸ ਦੀ ਵੈਲਿਊ ਕਿੰਨੀ ਆ ਜਾਊਗੀ 32 ਡਿਗਰੀ ਸੈਲਸੀਅਸ। ਮਤਲਬ ਬਿਗਨਿੰਗ 'ਤੇ ਟੈਂਪਰੇਚਰ ਕਿੰਨਾ ਸੀ ਆਪਣਾ 32 ਡਿਗਰੀ ਸੈਲਸੀਅਸ।